ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। ਪਾਠ ਦੂਜਾ। ਅਣਗੌਲੇ ਸਿਦਕੀ ਅਤੇ ਯੋਧੇ। ਮੈਂ ਕੁਝ ਚੋਣਵੇਂ ਸਿੰਘਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਹੜਿਆਂ ਦੇ ਨਾਂ ਕੁਝ ਲੋਕਾਂ ਨੂੰ ਪਤਾ ਹਨ, ਪਰ ਉਹਨਾਂ ਦੇ ਕੰਮਾਂ ਅਤੇ ਰੂਹਾਂ ਦਾ ਬਹੁਤਾ ਪਤਾ ਨਹੀਂ ਹੈ। 6ਵੇਂ ਭਾਗ ਵਿੱਚ ਸੁਣੋ ਦਿੱਲੀ ਵਾਲਾ ਰਵੀ, ਦਲਜੀਤ ਸਿੰਘ ਬੱਬੂ ਅਤੇ ਮਾਸਟਰ ਜੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਵਾਲਾ ਰਵੀ। ਚਰਨਜੀਤ ਸਿੰਘ ਤਲਵੰਡੀ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ। ਸੰਨ 1984 ਤੋਂ ਬਾਅਦ ਫੈਡਰੇਸ਼ਨ, ਟਕਸਾਲ ਅਤੇ ਖਾੜਕੂ ਜਥੇਬੰਦੀਆਂ ਨਾਲ ਸੰਬੰਧਿਤ ਬਹੁਤ ਸਾਰੇ ਸਿੰਘ ਇਹਨਾਂ ਦੇ ਘਰ ਆਉਂਦੇ ਰਹੇ। ਫਿਰ ਇਹਨਾਂ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਅਤੇ ਇਹ ਪਰਿਵਾਰ ਨੂੰ ਦਿੱਲੀ ਤੋਂ ਸਭ ਕੁਝ ਛੱਡ ਕੇ ਪੰਜਾਬ ਆਉਣਾ ਪਿਆ। ਇਹਨਾਂ ਦੇ ਬਜ਼ੁਰਗ ਜੋ ਸਰਕਾਰੀ ਮੁਲਾਜ਼ਮ ਵਜੋਂ ਸੇਵਾ ਮੁਕਤ ਸਨ, ਉਹ ਪੁਲਿਸ ਦੇ ਤਸ਼ੱਦਦ ਕਾਰਨ ਅਤੇ ਘਰੋਂ ਬੇਘਰ ਹੋਣ ਕਰਕੇ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੋ ਗਏ। ਇਸ ਤਰ੍ਹਾਂ ਹੀ ਉਹ ਕਿਤੇ ਚਲੇ ਗਏ ਅਤੇ ਫਿਰ ਮੁੜ ਕੇ ਨਾ ਆਏ। ਇਸ ਸਮੇਂ ਦੌਰਾਨ ਮਾਤਾ ਜੀ ਵੀ ਦੁੱਖ ਅਤੇ ਬਿਮਾਰੀ ਦੀ ਹਾਲਤ ਵਿੱਚ ਚੱਲ ਵਸੇ। ਇਹਨਾਂ ਦੇ ਵੱਡੇ ਬੇਟੇ ਦਾ ਵੀ ਕੁਝ ਪਤਾ ਨਾ ਲੱਗਾ ਕਿ ਉਹਦੇ ਨਾਲ ਕੀ ਵਾਪਰਿਆ। ਰਵੀ ਸਭ ਤੋਂ ਛੋਟਾ ਸੀ, ਜੋ ਦਿੱਲੀ ਦੇ ਵਾਤਾਵਰਣ ਦੀ ਤਰ੍ਹਾਂ ਸਫਾ ਚੱਟ ਸੀ ਅਤੇ ਨਸ਼ਾ ਪੱਤਾ ਵੀ ਕਰ ਲੈਂਦਾ ਸੀ। ਉਸ ਦਾ ਇੱਕ ਹਿੰਦੂ ਕੁੜੀ ਨਾਲ ਪ੍ਰੇਮ ਸੀ ਅਤੇ ਉਹ ਆਪਸ ਵਿੱਚ ਵਿਆਹ ਕਰਨਾ ਚਾਹੁੰਦੇ ਸੀ। ਲੁਧਿਆਣਾ ਬੈਂਕ ਡਾਕੇ ਦੀ ਤਫਤੀਸ਼ ਦੌਰਾਨ CBI ਨੇ ਰਵੀ ਨੂੰ ਲੁਧਿਆਣੇ ਦੀ ਇੱਕ ਠਾਰ ਤੋਂ ਫੜ ਲਿਆ ਅਤੇ ਫਿਰ ਉਸ ਦੇ ਦੁੱਖਾਂ ਦੀ ਦਾਸਤਾਨ ਸ਼ੁਰੂ ਹੋਈ। ਏਜੰਸੀਆਂ ਨੂੰ ਇਹ ਪਤਾ ਸੀ ਕਿ ਉਹ ਬਹੁਤ ਸਾਰੇ ਸਿੰਘਾਂ ਨੂੰ ਪਛਾਣਦਾ ਹੈ। ਇਸ ਕਰਕੇ IB ਤੇ CBI ਨੇ ਇਹਨੂੰ ਲੰਮਾ ਸਮਾਂ ਕੈਦ ਵਿੱਚ ਰੱਖਿਆ ਅਤੇ ਦੇਸ਼ ਦੇ ਹਰ ਕੋਨੇ ਵਿੱਚ ਘੁਮਾਇਆ, ਪਰ ਉਹਨੇ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਕਰਾਇਆ। ਮੈਨੂੰ ਤਫਤੀਸ਼ ਦੌਰਾਨ IB ਦੇ ਇੱਕ ਵੱਡੇ ਅਫਸਰ ਨੇ ਪੁੱਛਿਆ ਕਿ ਤੂੰ ਦਿੱਲੀ ਵਾਲੇ ਰਵੀ ਬਾਰੇ ਜਾਣਦਾ ਹੈ। ਜਦੋਂ ਮੈਂ ਹਾਂ ਕਿਹਾ ਤਾਂ ਫਿਰ ਉਸ ਨੇ ਦੱਸਿਆ ਕਿ ਉਹ ਬੰਦੇ ਨੇ ਸਾਨੂੰ ਬਹੁਤ ਲੰਬੇ ਸਮੇਂ ਤੱਕ ਬੇਵਕੂਫ ਬਣਾਇਆ ਸੀ। ਅਸਲ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਕੋਈ ਖਾੜਕੂ ਵੀ ਨਹੀਂ ਸੀ। ਉਹਨੇ ਕੋਈ ਹਥਿਆਰਬੰਦ ਕਾਰਵਾਈ ਵੀ ਨਹੀਂ ਕੀਤੀ। ਸ਼ਰਾਬ ਵੀ ਪੀਂਦਾ ਸੀ ਅਤੇ ਸਿਗਰਟ ਵੀ ਪੀ ਲੈਂਦਾ ਸੀ, ਪਰ ਉਹ ਸਾਡੇ ਬਾਰੇ ਕੋਈ ਬੁਰੀ ਗੱਲ ਨਹੀਂ ਸੁਣ ਸਕਦਾ ਸੀ। ਉਦੋਂ ਹੀ ਲੜ ਪੈਂਦਾ ਸੀ ਅਤੇ ਕੁੱਟ ਖਾ ਲੈਂਦਾ ਸੀ। ਮੈਨੂੰ ਬੜਾ ਅਚੰਭਾ ਲੱਗਿਆ ਕਿ ਜਿਸ ਬੰਦੇ 'ਤੇ ਅਸੀਂ ਵਿਸ਼ਵਾਸ ਨਹੀਂ ਸੀ ਕਰਦੇ ਅਤੇ ਉਸ ਤੋਂ ਦੂਰ ਰਹਿੰਦੇ ਸੀ, ਉਹ ਬੰਦਾ ਕਿਸ ਤਰ੍ਹਾਂ ਸਾਡੇ ਲਈ ਲੜਦਾ ਮਰਦਾ ਰਿਹਾ। ਉਹ ਕਿਸੇ ਵੀ ਇਨਾਮੀ ਸਿੰਘ ਨੂੰ ਫੜਵਾ ਕੇ ਉਹਨਾਂ ਤੋਂ ਪੈਸੇ ਲੈ ਸਕਦਾ ਸੀ ਅਤੇ ਆਪਣੀ ਦੋਸਤ ਕੁੜੀ ਨਾਲ ਵਿਆਹ ਕਰਵਾ ਕੇ ਜਿਸ ਤਰ੍ਹਾਂ ਮਰਜ਼ੀ ਰਹਿ ਸਕਦਾ ਸੀ, ਪਰ ਉਸਨੇ ਐਸੀ ਅਣਖ ਤੇ ਗੈਰਤ ਕਿੱਥੋਂ ਲਿਆਂਦੀ। ਸੰਘਰਸ਼ ਦੌਰਾਨ ਮੈਂ ਦੇਖਿਆ, ਜੇਕਰ ਅਕਾਲ ਪੁਰਖ ਦੀ ਬਖਸ਼ਿਸ਼ ਨਾ ਹੋਵੇ ਤਾਂ ਵੱਡੇ ਵੱਡੇ ਨਾਮ ਹੀ ਤਸ਼ੱਦਦ ਅੱਗੇ ਡੋਲ ਗਏ ਅਤੇ ਉਹਨਾਂ ਨੇ ਸੰਘਰਸ਼ ਦੇ ਰਾਜ ਦੱਸ ਦਿੱਤੇ। ਇੱਥੇ ਇਹ ਨੌਜਵਾਨ ਰਹਿਤ ਤੋਂ ਵੀ ਬਹੁਤ ਦੂਰ ਸੀ ਅਤੇ ਹੋਰ ਵੀ ਬਹੁਤ ਐਬ ਸਨ, ਪਰ ਉਹਨੇ 2 ਖੁਫੀਆ ਮਹਿਕਮਿਆਂ ਦੀ ਮਹੀਨਿਆਂ ਬੱਧੀ ਕੈਦ ਪਿੱਛੋਂ ਵੀ ਉਹਨਾਂ ਨੂੰ ਕੁਝ ਨਹੀਂ ਦਿੱਤਾ। ਇੰਨਾ ਚਿਰ ਉਹਨਾਂ ਨੂੰ ਭੰਬਲ ਭੂਸੇ ਵਿੱਚ ਪਾਈ ਰੱਖਿਆ। ਫਿਰ ਮੈਨੂੰ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਰਵੀ ਹਵਾਲਾਤ ਵਿੱਚ ਹੀ ਇੱਕ ਹੋਰ ਕੈਦੀ ਸਿੰਘ ਨਾਲ ਲੜਿਆ। ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਹਦੇ ਥੱਪੜ ਮਾਰ ਦਿੱਤਾ। ਗੱਲ ਇਸ ਤਰ੍ਹਾਂ ਹੋਈ ਕਿ ਉਹ ਬੰਦੇ ਤੋਂ CBI ਪੁੱਛਗਿੱਛ ਕਰ ਰਹੀ ਸੀ ਤਾਂ ਉਸਨੇ ਦੱਸਿਆ ਕਿ ਜਦੋਂ ਉਹ ਜਿੰਦੇ ਨੂੰ ਮਿਲਿਆ ਤਾਂ ਰਵੀ ਉਹਨਾਂ ਦੇ ਨਾਲ ਸੀ। CBI ਵਾਲਿਆਂ ਨੂੰ ਪਹਿਲਾਂ ਇਹ ਗੱਲ ਨਹੀਂ ਸੀ ਪਤਾ। ਰਵੀ ਨੇ ਉਸੇ ਵਕਤ ਉੱਠ ਕੇ ਉਹ ਬੰਦੇ ਦੇ ਥੱਪੜ ਮਾਰਿਆ ਅਤੇ ਕਿਹਾ, ਤੂੰ ਆਪਣੀ ਗੱਲ ਦੱਸ, ਤੂੰ ਮੇਰੇ ਬਾਰੇ ਕੀ ਦੱਸ ਰਿਹਾ ਹੈ? ਮੇਰੇ ਬਾਰੇ ਮੈਨੂੰ ਪਤਾ, ਨਾ ਕਿ ਤੈਨੂੰ। ਪਿੱਛੇ ਜੇ ਮੈਨੂੰ ਲੁਧਿਆਣਾ ਕਚਹਿਰੀਆਂ ਵਿੱਚ ਉਸ ਵੇਲੇ ਦਾ ਬਦਨਾਮ ਪੁਲਿਸੀਆ ਮਿਲ ਪਿਆ ਜੋ ਉਦੋਂ ਲੁਧਿਆਣੇ SP ਲੱਗਾ ਹੋਇਆ ਸੀ। ਉਹਦੇ ਉੱਤੇ ਝੂਠੇ ਮੁਕਾਬਲਿਆਂ ਦੇ ਮੁਕੱਦਮੇ ਚੱਲ ਰਹੇ ਸਨ। ਹੁਣ ਉਹ ਪਹਿਲਾਂ ਵਾਂਗ ਨਹੀਂ ਸੋਚਦਾ ਸੀ। ਉਸ ਨੇ ਵੀ ਰਵੀ ਬਾਰੇ ਪਹਿਲੀਆਂ ਗੱਲਾਂ ਦੀ ਪੁਸ਼ਟੀ ਕੀਤੀ। ਰਵੀ 1 ਸਾਲ ਤੋਂ ਵੀ ਵੱਧ ਸਮਾਂ IB ਦੀ ਕੈਦ ਵਿੱਚ ਰਿਹਾ। ਉਹਨੇ ਕੁਝ ਵੀ ਠੋਸ ਦਿੱਤਾ ਜਾਂ ਦੱਸਿਆ ਨਹੀਂ, ਬਸ ਮਹਿਕਮੇ ਨੂੰ ਆਸ ਬਣਾਈ ਰੱਖੀ। ਉਹਨਾਂ ਨੂੰ ਸਾਰੇ ਦੇਸ਼ ਦੇ ਕਈ ਸੂਬਿਆਂ ਵਿੱਚੋਂ ਘੁਮਾਈ ਫਿਰਦਾ ਰਿਹਾ। ਡਾਕੇ ਵਾਲੇ ਮੁਕੱਦਮੇ ਵਿੱਚ CBI ਕੋਲ ਰਹੇ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਮਹਿਕਮੇ ਵਾਲੇ ਸੋਚਦੇ ਸਨ ਕਿ ਰਵੀ ਉਹਨਾਂ ਦੀ ਮਦਦ ਕਰ ਰਿਹਾ ਹੈ, ਜਿਸ ਕਰਕੇ ਉਹਨੂੰ ਵਧੀਆ ਸ਼ਰਾਬ, ਸਿਗਰਟਾਂ ਅਤੇ ਖਾਣ ਪੀਣ ਨੂੰ ਦਿੰਦੇ ਸਨ। ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਕੁਝ ਦੱਸ ਦੇਵੇ। ਉਹ ਉਦੋਂ ਹੈਰਾਨ ਹੋ ਗਏ
ਜਦੋਂ ਕਿ DSP ਨੇ ਜਿੰਦੇ ਦੇ ਕਿਰਦਾਰ ਬਾਰੇ ਕੁਝ ਬੁਰਾ ਕਿਹਾ ਤਾਂ ਰਵੀ ਉਹਦੇ ਨਾਲ ਲੜ ਪਿਆ ਅਤੇ ਉਹਨੂੰ ਬੁਰਾ ਭਲਾ ਕਿਹਾ। ਇਸ ਗੱਲ ਬਦਲੇ ਰਵੀ ਨੂੰ ਬਹੁਤ ਕੁੱਟ ਪਈ। 1.5 ਸਾਲ ਦੇ ਸਮੇਂ ਦੌਰਾਨ ਅਜਿਹਾ ਉਸ ਨਾਲ ਕਈ ਵਾਰ ਵਾਪਰਿਆ ਜਦੋਂ ਉਹ ਨਸ਼ੇ ਦਾ ਆਦੀ ਅਤੇ ਕੈਦੀ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਲੜਿਆ ਅਤੇ ਕੁੱਟ ਖਾਧੀ, ਪਰ ਝੁਕਿਆ ਨਹੀਂ। ਉਹ ਸੰਘਰਸ਼ ਦੇ ਮੋਹਰੀ ਕਤਾਰ ਦੇ ਬੰਦਿਆਂ ਨੂੰ ਵੀ ਜਾਣਦਾ ਸੀ ਅਤੇ ਕਈ ਠਾਰਾਂ ਦਾ ਵੀ ਪਤਾ ਸੀ। ਨਸ਼ਾ ਉਹਦੀ ਕਮਜ਼ੋਰੀ ਸੀ, ਜਿਸ ਕਰਕੇ ਉਹ IB ਵਾਲਿਆਂ ਦੀ ਗੱਲ ਮੰਨ ਗਿਆ ਕਿ ਤੂੰ ਸਾਨੂੰ ਬੰਦੇ ਫੜਾ ਦੇ, ਅਸੀਂ ਤੇਰੀ ਸਾਂਭ ਸੰਭਾਲ ਕਰਾਂਗੇ। ਉਹ ਆਪਣੀ ਸਾਂਭ ਸੰਭਾਲ ਤਾਂ ਕਰਾਉਂਦਾ ਰਿਹਾ, ਪਰ ਉਹਨਾਂ ਪੱਲੇ ਕੁਛ ਨਹੀਂ ਪਾਇਆ। ਸਭ ਘਾਟਾਂ ਅਤੇ ਬੁਰੇ ਹਾਲਾਤ ਦੇ ਬਾਵਜੂਦ ਉਹਨੇ ਪੰਥ ਅਤੇ ਸੰਘਰਸ਼ ਬਾਰੇ ਨਾ ਕੁਝ ਗਲਤ ਕਿਹਾ ਤੇ ਨਾ ਹੀ ਸੁਣਿਆ ਸੀ। ਪਰਮਾਤਮਾ ਨੇ ਉਹਨੂੰ ਕਿੱਡਾ ਸਿਦਕ ਬਖਸ਼ਿਆ ਸੀ ਕਿ ਲਾਲ ਕਿਲ੍ਹੇ ਦੀ ਨਰਕੀ ਜੇਲ੍ਹ ਵਿੱਚ ਵੀ ਉਹਨੇ ਆਪਣਾ ਈਮਾਨ ਬਚਾ ਕੇ ਰੱਖਿਆ। ਉਹ ਚੰਗੀ ਤਰ੍ਹਾਂ ਪਾਠ ਕਰਨਾ ਵੀ ਨਹੀਂ ਜਾਣਦਾ ਸੀ, ਪਰ ਉਹਦੇ ਸਿਦਕ ਦੀ ਗਵਾਹੀ ਹਕੂਮਤ ਦੇ ਕਈ ਕਰਿੰਦਿਆਂ ਨੇ ਵੀ ਭਰੀ ਹੈ। ਜਿਸ ਬੰਦੇ ਦੀ ਦੁਨੀਆ ਸਾਡੇ ਕਰਕੇ ਬਰਬਾਦ ਹੋਈ, ਪਰਿਵਾਰ ਦੇ ਕਈ ਜੀਅ ਵੀ ਮਾਰੇ ਗਏ, ਉਹਨੂੰ ਸਾਡੇ ਵੱਲੋਂ ਵੀ ਕੋਈ ਮਦਦ ਨਹੀਂ ਸੀ। ਉਹ ਇਕੱਲਿਆਂ ਹੀ ਹਕੂਮਤ ਦੇ ਕਹਿੰਦੇ ਕਹਾਉਂਦੇ ਮਹਿਕਮੇ ਦੀ ਕੈਦ ਵਿੱਚ ਰਹਿ ਕੇ ਉਹਨਾਂ ਸਾਹਮਣੇ ਈਮਾਨ ਉੱਤੇ ਖੜਾ ਰਿਹਾ। ਉਹ ਕਿਸ ਤਰ੍ਹਾਂ ਪੰਥ ਖਾਤਰ ਅਤੇ ਸਾਡੇ ਖਾਤਰ ਆਪਣੀ ਅਣਖ ਪੁਗਾ ਗਿਆ। ਇਹ ਸਭ ਕੁਝ ਜਾਣ ਕੇ ਆਪਣੇ ਉੱਤੇ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਦੋਂ ਅਸੀਂ ਉਹਦੇ 'ਤੇ ਵਿਸ਼ਵਾਸ ਨਹੀਂ ਸੀ ਕਰਦੇ। ਇਹੋ ਜਿਹੇ ਸਿੰਘ ਸਦਾ ਹੀ ਸਾਡੀ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ ਕਿ ਗੁਰੂ ਸਾਹਿਬ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੋ। ਆਖਰਕਾਰ IB ਨੂੰ ਲੱਗਿਆ ਹੋਵੇਗਾ ਕਿ ਇਹ ਸਾਨੂੰ ਚਾਰੀ ਜਾ ਰਿਹਾ ਹੈ ਤੇ ਉਹਨਾਂ ਨੇ ਉਹਨੂੰ ਖਤਮ ਕਰ ਦਿੱਤਾ ਹੋਊ, ਜਾਂ ਫਿਰ ਉਹ IB ਦੇ ਕੈਦਖਾਨੇ ਵਿੱਚ ਬਿਮਾਰ ਹੋ ਕੇ ਹੋਰਨਾਂ ਜੁਝਾਰੂ ਕੈਦੀਆਂ ਵਾਂਗ ਪੂਰਾ ਹੋ ਗਿਆ ਹੋਵੇਗਾ। ਉਹਦੀ ਮੌਤ ਦਾ ਰੂਪ ਕੋਈ ਵੀ ਹੋਵੇ, ਪਰ ਉਹ ਸੂਰਮਿਆਂ ਵਾਲੀ ਮੌਤ ਮਰਿਆ। ਦਲਜੀਤ ਸਿੰਘ ਬੱਬੂ। ਜਦੋਂ ਨਵੰਬਰ 84 ਕਤਲੇਆਮ ਤੋਂ ਬਾਅਦ ਹਰਜਿੰਦਰ ਸਿੰਘ ਜਿੰਦਾ ਅਤੇ ਮਥੁਰਾ ਸਿੰਘ ਹੋਰੀਂ ਦਿੱਲੀ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਉੱਥੇ ਆਪਣੇ ਰਹਿਣ ਦੇ ਪ੍ਰਬੰਧ ਕੀਤੇ। ਜਿੰਦੇ ਦੀ ਰਿਸ਼ਤੇਦਾਰੀ ਵਿੱਚੋਂ ਹੀ ਇਹ ਪਰਿਵਾਰ ਸੀ ਅਤੇ ਇਸ ਨੌਜਵਾਨ ਰਾਹੀਂ ਉਹਨਾਂ ਨੇ ਦਿੱਲੀ ਵਿੱਚ ਕਈ ਠਾਰਾਂ ਬਣਾਈਆਂ। ਦਿੱਲੀ ਬਾਰੇ ਜਾਣਕਾਰੀ ਲਈ ਉੱਥੇ ਕਿਰਾਏ ਦਾ ਮਕਾਨ ਲੈ ਕੇ ਠਾਰ ਬਣਾਈ, ਜਿੱਥੇ ਅਸੀਂ ਸਾਰੇ ਜਣੇ ਕਾਫੀ ਚਿਰ ਰਹੇ। ਸਾਡਾ ਦਿੱਲੀ ਦਾ ਇਹ ਮੁੱਖ ਟਿਕਾਣਾ ਹੀ ਬਣ ਗਿਆ ਸੀ। ਉਸ ਵਕਤ ਸਭ ਸਿੱਖਾਂ ਵਿੱਚ ਜੂਨ 1984 ਤੇ ਨਵੰਬਰ 84 ਦੇ ਜ਼ਖਮ ਹਾਲੇ ਅੱਲੇ ਸਨ ਅਤੇ ਆਮ ਸਿੱਖਾਂ ਵਿੱਚ ਵੀ ਖਾੜਕੂਆਂ ਪ੍ਰਤੀ ਹਮਦਰਦੀ ਸੀ। ਜਿਹੜੇ ਬੰਦਿਆਂ ਬਾਰੇ ਤੁਸੀਂ ਇਹ ਸੋਚੋਗੇ ਕਿ ਇਹ ਤਾਂ ਕਦੀ ਵੀ ਆਪਣੇ ਫਾਇਦੇ ਤੋਂ ਬਿਨਾਂ ਕੋਈ ਕੰਮ ਨਹੀਂ ਕਰੇਗਾ ਜਾਂ ਇਹਨੇ ਕਦੇ ਵੀ ਕੋਈ ਖਤਰਾ ਮੁੱਲ ਨਹੀਂ ਲੈਣਾ, ਉਸ ਵੇਲੇ ਉਹੋ ਜਿਹੇ ਲੋਕ ਵੀ ਸਾਡੀ ਮਦਦ ਕਰਨ ਨੂੰ ਤਿਆਰ ਸਨ। ਬੱਬੂ ਨੇ ਸਾਨੂੰ ਬਹੁਤ ਇਹੋ ਜਿਹੇ ਬੰਦੇ ਮਿਲਵਾਏ ਜਿਹੜਿਆਂ ਬਾਰੇ ਆਮ ਹਾਲਤਾਂ ਵਿੱਚ ਸੋਚਿਆ ਵੀ ਨਹੀਂ ਜਾ ਸਕਦਾ ਸੀ। ਇਹ 22-23 ਸਾਲ ਦਾ ਗੱਠੇ ਹੋਏ ਸਰੀਰ ਦਾ ਨੌਜਵਾਨ ਸੀ ਅਤੇ ਦਾੜਾ ਖੁੱਲ੍ਹਾ ਛੱਡਦਾ ਸੀ। ਜ਼ਿਆਦਾਤਰ ਕੇਸਰੀ ਦਸਤਾਰ ਸਜਾ ਕੇ ਰੱਖਦਾ ਸੀ। ਇਹ ਬੜਾ ਖੁਸ਼ ਮਿਜਾਜ ਅਤੇ ਉਦਮੀ ਨੌਜਵਾਨ ਸੀ। ਇਹ ਕਰੋਲ ਬਾਗ ਰਹਿੰਦੇ ਸਨ ਤੇ ਅਸੀਂ ਕਦੀ-ਕਦੀ ਇਹਨਾਂ ਕੋਲ ਅਤੇ ਇਹਨਾਂ ਦੇ ਮਿਲਾਏ ਹੋਏ ਹੋਰ ਸਿੰਘਾਂ ਕੋਲ ਵੀ ਜਾਂਦੇ ਸਾਂ। ਖਾਸ ਕਰਕੇ ਜਦੋਂ ਘਰ ਦੇ ਖਾਣੇ ਨੂੰ ਚਿੱਤ ਕਰੇ, ਇਹਨਾਂ ਦੇ ਘਰ ਮੱਕੀ ਦੀ ਰੋਟੀ ਤੇ ਸਾਗ ਬਹੁਤ ਲਾਜਵਾਬ ਬਣਦਾ ਸੀ। ਸਾਡੀ ਠਾਰ ਬਾਰੇ ਬੱਬੂ ਨੂੰ ਪਤਾ ਸੀ, ਪਰ ਇਹ ਉੱਥੇ ਕਦੇ ਨਹੀਂ ਸੀ ਆਇਆ। ਜਿੰਦੇ ਨੇ ਇਸ ਦਾ ਪੰਜਾਬ ਵਿੱਚ ਰਿਸ਼ਤਾ ਵੀ ਤੈਅ ਕਰਵਾਇਆ ਹੋਇਆ ਸੀ। ਇਹ ਢੋ ਢੁਆਈ ਦਾ ਕੰਮ ਕਰਦਾ ਸੀ। ਗੁਜਰਾਤ ਤੋਂ ਬੰਬੇ ਤੱਕ ਇਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਜਦੋਂ ਅਸੀਂ ਅਹਿਮਦਾਬਾਦ ਡਾਕਾ ਮਾਰਿਆ ਤਾਂ ਉੱਥੇ ਜੋ ਸਕੂਟਰ ਖਰੀਦਿਆ ਸੀ, ਉਹਦੇ ਸੁਰਾਗ ਰਾਹੀਂ ਗੁਜਰਾਤ ਪੁਲਿਸ ਦਿੱਲੀ ਪਹੁੰਚ ਗਈ। ਉਹਨਾਂ ਨੇ ਬੱਬੂ ਨੂੰ ਦਿੱਲੀ ਪੁਲਿਸ ਰਾਹੀਂ ਗ੍ਰਿਫਤਾਰ ਕਰ ਲਿਆ। ਉਸ ਵਕਤ ਪੁਲਿਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਖਾੜਕੂਆਂ ਦਾ ਮਸਲਾ ਹੈ। ਉਹਨਾਂ ਨੇ ਸੋਚਿਆ ਕਿ ਇਹ ਕੋਈ ਲੁਟੇਰੇ ਡਾਕੂ ਹਨ। ਦਿੱਲੀ ਵਿੱਚ ਬੱਬੂ ਦੀ ਬਹੁਤ ਤਫਤੀਸ਼ ਹੋਈ। ਉਸ ਉੱਤੇ ਬਹੁਤ ਤਸ਼ੱਦਦ ਹੋਇਆ, ਪਰ ਉਸਨੇ ਕਾਫੀ ਸਮਾਂ ਇਹ ਤਸ਼ੱਦਦ ਝੱਲਿਆ। ਸਾਡੀ ਠਾਰ ਉਹਨਾਂ ਚਿਰ ਨਹੀਂ ਫੜਾਈ ਜਿੰਨਾ ਚਿਰ ਅਸੀਂ ਉਸ ਨੂੰ ਖਾਲੀ ਨਹੀਂ ਕਰ ਦਿੱਤਾ। ਅਸੀਂ ਠਾਰ ਤਾਂ ਛੱਡ ਦਿੱਤੀ, ਪਰ ਹਰਜਿੰਦਰ ਸਿੰਘ ਅਤੇ ਮਥੁਰਾ ਸਿੰਘ ਕਰੋਲ ਬਾਗ ਬੱਬੂ ਦੇ ਘਰ ਉਹਦੇ ਬਾਰੇ ਪਤਾ ਕਰਨ ਗਏ ਤਾਂ ਉੱਥੇ ਪੁਲਿਸ ਨੇ ਜਿੰਦੇ ਨੂੰ ਜੱਫਾ ਮਾਰ ਲਿਆ। ਇਸ ਤਰ੍ਹਾਂ ਜਿੰਦਾ ਪਹਿਲੀ ਵਾਰ ਗ੍ਰਿਫਤਾਰ ਹੋ ਗਿਆ। ਪੁਲਿਸ ਨੇ ਉਸ ਨੂੰ ਡਾਕੂ ਹੀ ਸਮਝਿਆ, ਜਿਸ ਕਰਕੇ ਜਿੰਦੇ ਅਤੇ ਬੱਬੂ ਦੋਵਾਂ ਨੇ ਇਹ ਗੱਲ ਨਹੀਂ ਖੋਲ੍ਹੀ ਕਿ ਦਿੱਲੀ ਵਾਲੇ ਸਾਰੇ ਕੰਮ ਵੀ ਇਹਨਾਂ ਨੇ ਹੀ ਕੀਤੇ ਹਨ। ਜਿੰਦੇ ਨੂੰ ਉਹਨਾਂ ਨੇ ਅਲਾਦਾ ਕਰ ਦਿੱਤਾ ਅਤੇ ਬੱਬੂ ਨੂੰ ਅਲੱਗ ਤਸੀਹੇ ਦਿੱਤੇ
ਤਸ਼ੱਦਦ ਦੌਰਾਨ ਬੱਬੂ ਦੀ ਮੌਤ ਹੋ ਗਈ। ਪੁਲਿਸ ਨੇ ਤਾਂ ਇਹ ਦਿਖਾਇਆ ਕਿ ਉਸ ਨੇ ਗੁਸਲਖਾਨੇ ਵਿੱਚ ਆਪਣੀ ਕੇਸਕੀ ਨਾਲ ਫਾਹਾ ਲੈ ਲਿਆ, ਪਰ ਅਸਲ ਵਿੱਚ ਜ਼ਿਆਦਾ ਤਸ਼ੱਦਦ ਨਾਲ ਉਸ ਦੀ ਮੌਤ ਹੋਈ। ਦਿੱਲੀ ਵਿੱਚ ਉਦੋਂ ਝੂਠੇ ਮੁਕਾਬਲੇ ਵਿਖਾਉਣ ਦਾ ਰਿਵਾਜ ਨਹੀਂ ਸੀ, ਇਸ ਲਈ ਉੱਥੇ ਦੀ ਪੁਲਿਸ ਨੇ ਹਿਰਾਸਤੀ ਮੌਤ ਲਈ ਫਾਹੇ ਦਾ ਟਕਵੰਜ ਰਚ ਦਿੱਤਾ। ਇਹ ਸਿੰਘ ਸਾਡੀ ਕਿਸੇ ਕਾਰਵਾਈ ਵਿੱਚ ਹਿੱਸੇਦਾਰ ਨਹੀਂ ਸੀ, ਪਰ ਹਰ ਤਰ੍ਹਾਂ ਦੀ ਮਦਦ ਲਈ ਸਦਾ ਤਿਆਰ ਰਹਿੰਦਾ ਸੀ ਤੇ ਸਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਹਾਲੇ ਵੀ ਉਹਦਾ ਕੇਸਰੀ ਦਸਤਾਰ ਵਾਲਾ ਖੁੱਲ੍ਹਾ ਕਾਲਾ ਭਰਵਾਂ ਦਾੜਾ ਅਤੇ ਹੱਸਦਾ ਚਿਹਰਾ ਯਾਦ ਆਉਂਦਾ ਹੈ। ਇਸ ਤਰ੍ਹਾਂ ਦੇ ਕਿੰਨੇ ਹੀ ਸਿੰਘ ਹਨ ਜਿਹੜੇ ਸਿਰਫ ਆਪਣੀ ਪੰਥਕ ਭਾਵਨਾ ਤੇ ਸੇਵਾ ਕਰਕੇ ਆਪਣੀ ਜਾਨ ਵਾਰ ਕੇ ਪੰਥ ਦਾ ਹਿੱਸਾ ਹੋਣ ਦੀ ਕੀਮਤ ਅਦਾ ਕਰ ਗਏ। ਹਰਜਿੰਦਰ ਸਿੰਘ ਜਿੰਦੇ ਦੇ ਦਿੱਲੀ ਵਾਲੇ ਕਾਰਨਾਮਿਆਂ ਨੂੰ ਤਾਂ ਸਾਰੇ ਜਾਣਦੇ ਹਨ, ਪਰ ਉਹਨਾਂ ਕੰਮਾਂ ਪਿੱਛੇ ਆਪਣਾ ਤਨ ਮਨ ਧਨ ਲਾਉਣ ਵਾਲੇ ਪਰਿਵਾਰਾਂ ਨੂੰ ਬਹੁਤ ਲੋਕ ਨਹੀਂ ਜਾਣਦੇ। ਦਲਜੀਤ ਸਿੰਘ ਬੱਬੂ ਅਤੇ ਸੁਰਜੀਤ ਸਿੰਘ ਪੈਂਟੇ ਦੇ ਪਿਤਾ ਜੀ ਸਵਰਨ ਸਿੰਘ ਰਾਹੀਂ ਹੀ ਸਾਡੇ ਪੈਰ ਦਿੱਲੀ ਵਿੱਚ ਲੱਗੇ ਸਨ। ਇਹਨਾਂ ਸੱਜਣਾਂ ਨੇ ਸਾਨੂੰ ਆਪਣੇ ਘਰ ਵਿੱਚ ਵੀ ਠਾਹਰ ਦਿੱਤੀ ਅਤੇ ਸਾਡੇ ਲਈ ਹੋਰ ਠਾਹਰਾਂ ਵੀ ਬਣਵਾਈਆਂ। ਦੋਖੀ ਬੰਦਿਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਗੱਡੀ ਚੜ੍ਹਾਉਣ ਵਿੱਚ ਸਾਡੀ ਵੱਧ ਚੜ੍ਹ ਕੇ ਮਦਦ ਕੀਤੀ। ਫੜੇ ਜਾਣ ਉੱਤੇ ਤਸ਼ੱਦਦ ਵੀ ਝੱਲਿਆ ਅਤੇ ਜੇਲ੍ਹਾਂ ਵੀ ਕੱਟੀਆਂ। ਪਰਿਵਾਰਾਂ ਦਾ ਨੁਕਸਾਨ ਵੀ ਝੱਲਿਆ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ। ਦਲਜੀਤ ਸਿੰਘ ਬੱਬੂ ਨੇ ਸਾਡਾ ਭੇਤ ਲੁਕਾਉਣ ਲਈ ਆਪਣੀ ਜਾਨ ਦੇ ਦਿੱਤੀ। ਜੰਗਾਂ ਅਤੇ ਸੰਘਰਸ਼ਾਂ ਵਿੱਚ ਵੱਡੇ ਕਾਰਨਾਮਿਆਂ ਦੀ ਹਕੀਕਤ ਵੀ ਕੁਝ ਇਸ ਤਰ੍ਹਾਂ ਦੀ ਹੀ ਹੁੰਦੀ ਹੈ। ਉਹਨਾਂ ਕਾਰਨਾਮਿਆਂ ਦੀਆਂ ਨੀਹਾਂ ਵਿੱਚ ਖੜ੍ਹੇ ਬੰਦਿਆਂ ਬਾਰੇ ਇਤਿਹਾਸ ਬਹੁਤੀ ਗੱਲ ਨਹੀਂ ਕਰਦਾ ਹੁੰਦਾ। ਇਤਿਹਾਸ ਸਿਰਫ ਕਾਰਨਾਮਿਆਂ ਦੀ ਟੀਸੀ ਉੱਤੇ ਪਹੁੰਚੇ ਨਾਵਾਂ ਨੂੰ ਹੀ ਵੇਖਦਾ ਹੈ, ਉਹਨਾਂ ਦਾ ਜ਼ਿਕਰ ਕਰਦਾ ਹੈ ਅਤੇ ਅੱਗੇ ਲੰਘ ਜਾਂਦਾ ਹੈ। ਇਤਿਹਾਸ ਦੀ ਘਾਟ ਵਿੱਚ ਕੰਧ ਵਿੱਚ ਇੱਟਾਂ ਵਾਂਗ ਲੱਗੇ ਸਿੰਘਾਂ ਸਿੰਘਣੀਆਂ ਬੱਚਿਆਂ ਬਜ਼ੁਰਗਾਂ ਦੀ ਕੁਰਬਾਨੀ ਨੂੰ ਨਮਸਕਾਰ ਕਰਨਾ ਬਣਦਾ ਹੈ। ਸਾਡੀ ਅਰਦਾਸ ਅਸਲ ਵਿੱਚ ਇਹਨਾਂ ਅਣਗੌਲੇ ਸਿੰਘਾਂ ਦਾ ਹੀ ਜ਼ਿਕਰ ਕਰਦੀ ਹੈ। ਮਾਸਟਰ ਜੀ, ਇਹ ਸਿੰਘ 45 ਕੁ ਸਾਲ ਦਾ ਗੁਰਸਿੱਖ ਸਕੂਲ ਮਾਸਟਰ ਸੀ ਜੋ ਤਰਨ ਤਾਰਨ ਦੇ ਕਿਸੇ ਪਿੰਡ ਵਿੱਚ ਪੜ੍ਹਾਉਂਦਾ ਸੀ। ਉਸ ਦਾ ਪਿੰਡ ਵੀ ਇਸ ਜ਼ਿਲ੍ਹੇ ਵਿੱਚ ਹੀ ਪੈਂਦਾ ਸੀ। ਮੈਨੂੰ ਉਸ ਦਾ ਨਾਂ ਪਤਾ ਨਹੀਂ, ਕਿਉਂਕਿ ਸਾਰੇ ਉਸ ਨੂੰ ਮਾਸਟਰ ਜੀ ਹੀ ਕਹਿੰਦੇ ਸਨ। ਉਹ ਬੜੇ ਨਰਮ ਅਤੇ ਮਿੱਠ ਬੋਲੜੇ ਸੁਭਾਅ ਦੇ ਸਨ। ਉਸ ਨੂੰ ਕੁਝ ਸਮਾਂ ਮਿਲਣ ਤੋਂ ਬਾਅਦ ਹਰ ਕੋਈ ਉਹਨੂੰ ਚਾਹੁਣ ਲੱਗ ਜਾਂਦਾ ਸੀ। ਉਸ ਦੇ ਵਿੱਚ ਆਪਾ ਭਾਵ ਵਾਲੀ ਕੋਈ ਚੀਜ਼ ਨਹੀਂ ਸੀ। ਉਹਦਾ ਸਾਰਾ ਸਰੀਰ ਹੀ ਜਿਵੇਂ ਸੇਵਾ ਕਰਨ ਨੂੰ ਬਣਿਆ ਸੀ। ਉਸ ਦਾ ਪਰਿਵਾਰ ਤੇ ਬੱਚੇ ਸਨ ਤੇ ਘਰ ਦੀ ਹਾਲਤ ਚੰਗੀ ਸੀ। ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਉਹ ਸ਼ੁਰੂ ਤੋਂ ਹੀ ਧਾਰਮਿਕ ਤੇ ਸਮਾਜਿਕ ਸੇਵਾ ਲਈ ਮਸ਼ਹੂਰ ਸੀ। ਜਦੋਂ ਤੋਂ ਸੰਤ ਜੀ ਨੇ 1978 ਵਿੱਚ ਆਪਣੇ ਆਪ ਨੂੰ ਜ਼ਾਹਰ ਕੀਤਾ, ਉਹ ਉਹਨਾਂ ਦਾ ਸੇਵਕ ਹੋ ਗਿਆ। ਇਸ ਤੋਂ ਅੱਗੇ ਉਹ ਸਿੰਘਾਂ ਦੀ ਸੇਵਾ ਕਰਨ ਲੱਗ ਪਿਆ। 84 ਤੋਂ ਪਹਿਲਾਂ ਹੀ ਪੁਲਿਸ ਨੇ ਉਸ 'ਤੇ ਤਸ਼ੱਦਦ ਕੀਤਾ ਸੀ ਅਤੇ ਜੇਲ੍ਹ ਭੇਜਿਆ ਸੀ। 84 ਦੇ ਹਮਲੇ ਸਮੇਂ ਉਸ ਨੇ ਇਲਾਕੇ ਦੀਆਂ ਸੰਗਤਾਂ ਸਮੇਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੱਲ ਕੂਚ ਕੀਤਾ ਸੀ। ਰਾਹ ਵਿੱਚ ਫੌਜ ਨੇ ਗੋਲੀ ਚਲਾ ਕੇ ਕੁਝ ਸਿੰਘ ਸ਼ਹੀਦ ਕਰ ਦਿੱਤੇ ਅਤੇ ਬਾਕੀਆਂ ਨੂੰ ਖਿੰਡਾ ਦਿੱਤਾ ਸੀ। ਉਹ ਫਿਰ ਵੀ ਡਾਢੇ ਔਖੇ ਅਤੇ ਭੀੜੇ ਕੱਚੇ ਰਾਹਾਂ ਤੋਂ ਹੁੰਦਾ ਹੋਇਆ ਸ੍ਰੀ ਅੰਮ੍ਰਿਤਸਰ ਦੀ ਜੂਹ ਤੱਕ ਪਹੁੰਚ ਗਿਆ, ਜਿੱਥੇ ਫੌਜ ਨੇ ਉਸ ਨੂੰ ਫੜ ਲਿਆ ਅਤੇ ਫੌਜੀ ਜੇਲ੍ਹ ਵਿੱਚ ਭੇਜ ਦਿੱਤਾ ਸੀ। ਜੇਲ੍ਹ ਤੋਂ ਬਾਹਰ ਆ ਕੇ ਉਹ ਮਹਿਤਾ ਚੌਂਕ ਗਿਆ ਅਤੇ ਦਰਬਾਰ ਸਾਹਿਬ ਗਿਆ। ਉਹਨੇ ਬਚੇ ਹੋਏ ਸਿੰਘਾਂ ਨੂੰ ਲੱਭਿਆ, ਆਪਸ ਵਿੱਚ ਮਿਲਾਇਆ ਅਤੇ ਉਹਨਾਂ ਦੇ ਅੱਗੇ ਤੁਰਨ ਲਈ ਇੱਕ ਮਾਹੌਲ ਬਣਾਇਆ। 1984 ਦੇ ਅਖੀਰਲੇ ਮਹੀਨਿਆਂ ਤੋਂ ਹੀ ਉਹ ਲਗਾਤਾਰ ਭਗੌੜੇ ਸਿੰਘਾਂ ਨੂੰ ਹੀ ਲੱਭਦਾ, ਸੰਭਾਲਦਾ ਅਤੇ ਇਕੱਠੇ ਕਰਦਾ ਰਿਹਾ। ਉਹਦੇ ਕੋਲ ਸਾਰਿਆਂ ਟਕਸਾਲ ਦੇ ਸਿੰਘ, ਫੈਡਰੇਸ਼ਨ ਵਾਲੇ, ਬੱਬਰਾਂ ਅਤੇ ਨਵੇਂ ਉੱਠ ਰਹੇ ਸਿੰਘਾਂ ਦਾ ਆਉਣ ਜਾਣ ਸੀ। ਉਹ ਸਾਰਿਆਂ ਦਾ ਹੀ ਸੀ ਤੇ ਹਰ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਸੀ। ਹਰ ਕੋਈ ਉਸ ਨੂੰ ਆਪਣਾ ਸਮਝਦਾ ਸੀ। ਪਹਿਲਾਂ ਤਾਂ ਸਿੰਘ ਉਹਦੇ ਪਿੰਡ ਹੀ ਰਹਿੰਦੇ ਸਨ, ਪਰ ਉਹ ਪਹਿਲਾਂ ਹੀ ਪੁਲਿਸ ਦੀ ਨਿਗਾਹ ਵਿੱਚ ਸੀ। ਇਸ ਕਰਕੇ ਉਹਨੇ ਹੋਰ ਥਾਵਾਂ ਉੱਤੇ ਸਿੰਘਾਂ ਲਈ ਠਾਹਰਾਂ ਬਣਾਈਆਂ ਸਨ ਅਤੇ ਉਹਨਾਂ ਨੂੰ ਅਲੱਗ-ਅਲੱਗ ਥਾਂ ਉੱਤੇ ਠਾਹਰਾਂ ਦਿੰਦਾ ਸੀ। ਇੱਕ ਵਾਰ 1987 ਵਿੱਚ ਉਹ ਮੈਨੂੰ ਪੱਟੀ ਵਿਖੇ ਭਾਊ ਲਾਭ ਸਿੰਘ ਨਾਲ ਮਿਲਿਆ ਅਤੇ ਗੱਲਾਂ ਵਿੱਚ ਦੱਸਿਆ ਕਿ ਇਸ ਵਕਤ ਪੱਟੀ ਦੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੱਖ-ਵੱਖ ਜਥੇਬੰਦੀਆਂ ਦੇ 50 ਕੁ ਕਰੀਬ ਦੇ ਸਿੰਘ ਵੱਖ-ਵੱਖ ਠਾਹਰਾਂ ਉੱਤੇ ਟਿਕੇ ਹੋਏ ਹਨ। ਮੇਰੇ ਨਾਲ ਉਹਨੇ ਆਪਣਾ ਇਹ ਤੌਖਲਾ ਸਾਂਝਾ ਕੀਤਾ ਕਿ ਇਹ ਇੱਕ ਵੱਡੇ ਖਤਰੇ ਵਾਲੀ ਗੱਲ ਹੈ ਕਿ ਮੈਨੂੰ ਇੰਨੇ ਸਿੰਘਾਂ ਦਾ ਇੱਕੋ ਸਮੇਂ ਪਤਾ ਹੈ। ਕੀ ਪਤਾ ਮੈਂ ਕੱਲ੍ਹ ਨੂੰ ਨਿਭ ਸਕਾਂ ਜਾਂ ਨਾ।
ਉਹਨੇ ਦੱਸਿਆ, ਮੈਂ ਬਹੁਤ ਵਾਰ ਸਿੰਘਾਂ ਨੂੰ ਕਹਿੰਦਾ ਹਾਂ ਕਿ ਮੈਨੂੰ ਆਪਣੇ ਟਿਕਾਣਿਆਂ ਬਾਰੇ ਨਾ ਦੱਸਿਆ ਕਰੋ, ਪਰ ਉਹ ਫਿਰ ਵੀ ਮੈਨੂੰ ਵੱਖ-ਵੱਖ ਠਾਰਾਂ ਉੱਤੇ ਸਾਥੀਆਂ ਨੂੰ ਬੁਲਾਉਣ ਜਾਂ ਸੁਨੇਹਾ ਦੇਣ ਲਈ ਭੇਜ ਦਿੰਦੇ ਹਨ। ਇਸ ਤਰ੍ਹਾਂ ਮੇਰੇ ਕੋਲ ਟਿਕਾਣਿਆਂ ਦੀ ਜਾਣਕਾਰੀ ਆਪੇ ਵੱਧਦੀ ਰਹਿੰਦੀ ਹੈ। ਉਹ ਆਪਣੇ ਕੋਲ ਇੱਕ ਝੋਲਾ ਰੱਖਦਾ ਹੁੰਦਾ ਸੀ ਜਿਸ ਵਿੱਚ ਕਈ ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਹੁੰਦੀਆਂ ਸਨ। ਉਹਦੇ ਕੋਲ ਸਦਾ ਹੀ ਸਿੰਘਾਂ ਲਈ ਕੁਝ ਪੈਸੇ ਵੀ ਹੁੰਦੇ ਸਨ। ਉਹ ਆਪ ਵੀ ਦਸਵੰਧ ਕੱਢਦਾ ਸੀ ਅਤੇ ਹੋਰ ਲੋਕੀ ਵੀ ਉਸ ਨੂੰ ਆਪਣਾ ਦਸਵੰਧ ਦਿੰਦੇ ਸਨ। ਪੁਲਿਸ ਵਾਲੇ ਸਹੀ ਰੂਪ ਵਿੱਚ ਉਸ ਨੂੰ ਖਾੜਕੂਆਂ ਦੀ ਮਾਂ ਕਹਿੰਦੇ ਹੁੰਦੇ ਸੀ। ਉਹ ਮਾਂ ਵਾਂਗ ਹੀ ਭਗੌੜੇ ਸਿੰਘਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਸੀ। ਠਾਰ ਬਣਾ ਕੇ ਦੇਣੀ, ਪੈਸੇ ਅਤੇ ਦਵਾਈ ਦਾਰੂ ਦੇਣੀ, ਸਿੰਘਾਂ ਦਾ ਸੁਨੇਹਾ ਦੇਣਾ, ਜੇਲ੍ਹ ਵਿੱਚ ਅਤੇ ਸਿੰਘਾਂ ਦੇ ਪਰਿਵਾਰਾਂ ਨੂੰ ਮਦਦ ਪਹੁੰਚਾਉਣੀ। ਸਾਰੇ ਇਲਾਕੇ ਦੇ ਪਤਵੰਤੇ ਲੋਕਾਂ, ਅਫਸਰਸ਼ਾਹੀ ਅਤੇ ਪੁਲਿਸ ਨੂੰ ਇਹ ਪਤਾ ਸੀ ਕਿ ਉਹ ਸਿੰਘਾਂ ਦਾ ਪੱਕਾ ਬੰਦਾ ਹੈ ਅਤੇ ਉਸ ਦੀ ਗੱਲ ਮੰਨੀ ਜਾਂਦੀ ਸੀ। ਸਾਰੇ ਇਲਾਕੇ ਵਿੱਚ ਉਸ ਦੀ ਬਹੁਤ ਇੱਜ਼ਤ ਸੀ ਤੇ ਹਰ ਤਰ੍ਹਾਂ ਦੇ ਲੋਕ ਉਸ ਕੋਲ ਕੰਮ ਲਈ ਆਉਂਦੇ ਸਨ। ਉਹ ਕਿਸੇ ਨੂੰ ਮੋੜਦਾ ਨਹੀਂ ਸੀ। ਉਹ ਰਾਜ਼ੀਨਾਮਿਆਂ ਵਿੱਚ ਵੀ ਜਾਂਦਾ ਸੀ। ਇਲਾਕੇ ਦੇ ਅਫਸਰ ਅਤੇ ਪਤਵੰਤੇ ਵੀ ਉਸ ਕੋਲ ਆਪਣੀ ਸਿਫਾਰਿਸ਼ ਪਵਾਉਣ ਲਈ ਆਉਂਦੇ ਸਨ। ਪਰ ਇਸ ਇੱਜ਼ਤ ਸਨਮਾਨ ਦੇ ਨਾਲ ਦੂਸਰਾ ਪੱਖ ਵੀ ਜੁੜਿਆ ਹੋਇਆ ਸੀ। ਜਦੋਂ ਵੀ ਸਰਕਾਰ ਦਾ ਦਬਾਅ ਪੈਂਦਾ ਜਾਂ ਕੋਈ ਵਾਰਦਾਤ ਹੋ ਜਾਂਦੀ ਜਾਂ ਪੁਲਿਸ ਅਫਸਰਾਂ ਦਾ ਪਾਰਾ ਚੜ੍ਹ ਜਾਂਦਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਹੀ ਚੁੱਕਿਆ ਜਾਂਦਾ ਸੀ। ਕਈ ਵਾਰ ਛੇਤੀ ਛੱਡ ਦਿੰਦੇ, ਕਈ ਵਾਰ ਕਈ ਦਿਨ ਥਾਣੇ ਰੱਖਦੇ ਅਤੇ ਕਈ ਵਾਰ ਜੇਲ੍ਹ ਵੀ ਭੇਜ ਦਿੰਦੇ। ਅਨੇਕਾਂ ਵਾਰ ਵੱਖ-ਵੱਖ ਵਾਰਦਾਤਾਂ ਕਰਕੇ ਉਸ ਉੱਤੇ ਬਹੁਤ ਤਰੀਕਿਆਂ ਨਾਲ ਤਸ਼ੱਦਦ ਹੋਇਆ, ਪਰ ਉਹ ਬੜੀ ਸ਼ਿੱਦਤ ਨਾਲ ਕੁੱਟ ਖਾਂਦਾ ਸੀ ਤੇ ਕਦੀ ਵੀ ਸੰਘਰਸ਼ ਬਾਰੇ ਕੋਈ ਭੇਦ ਨਹੀਂ ਸੀ ਦੱਸਿਆ। ਇੱਕ ਵਾਰ ਅਸੀਂ ਅੰਮ੍ਰਿਤਸਰ ਵਿੱਚ ਭਾਊ ਲਾਭ ਸਿੰਘ, ਕੰਵਰਜੀਤ ਸਿੰਘ ਸੁਲਤਾਨਵਿੰਡ, ਬਾਬਾ ਬਲਵਿੰਦਰ ਸਿੰਘ ਕਾਰ ਸੇਵਾ, KCF ਤੇ ਕੁਝ ਹੋਰ ਸਿੰਘ ਇਕੱਠੇ ਸਾਂ। ਭਾਊ ਨੇ ਉਸ ਨੂੰ ਬੁਲਾ ਲਿਆ। ਇਹ ਕਦੀ ਨਹੀਂ ਹੋਇਆ ਕਿ ਤੁਸੀਂ ਉਸ ਨੂੰ ਬੁਲਾਓ ਤੇ ਉਹ ਨਾ ਆਵੇ। ਚਾਹ ਪਾਣੀ ਪੀਣ ਤੋਂ ਬਾਅਦ ਭਾਊ ਨੇ ਉਹਨੂੰ ਪੁੱਛਿਆ ਕਿ ਇਸ ਵਾਰ ਕਿਵੇਂ ਰਿਹਾ। ਉਹ ਤਾਜ਼ਾ ਹੀ 2 ਹਫ਼ਤੇ ਪੁਲਿਸ ਤਸ਼ੱਦਦ ਸਹਿ ਕੇ ਆਇਆ ਸੀ ਅਤੇ ਹਾਲੇ ਉਹ ਤੋਂ ਚੰਗੀ ਤਰ੍ਹਾਂ ਤੁਰਿਆ ਤੇ ਬੈਠਿਆ ਵੀ ਨਹੀਂ ਸੀ ਜਾਂਦਾ। ਉਹਦੇ ਪੈਰ ਸੁੱਜੇ ਹੋਏ ਸਨ, ਅੱਖਾਂ ਵੀ ਸੁੱਜੀਆਂ ਹੋਈਆਂ ਸਨ, ਪਰ ਉਸ ਦੀ ਜੁਰਤ ਵਿੱਚ ਕੋਈ ਫਰਕ ਨਹੀਂ ਸੀ ਪਿਆ। ਉਹ ਹੱਸ ਪਿਆ ਤੇ ਆਖਿਆ, ਵਧੀਆ ਮਜ਼ਾਕ ਕਰਦੇ ਹੋ। ਫਿਰ ਕਹਿਣ ਲੱਗਾ, ਇਸ ਵਾਰ ਤਾਂ ਮੈਨੂੰ ਲੱਗਦਾ ਸੀ ਸ਼ਾਇਦ ਮਾਰ ਦੇਣਗੇ। ਫਿਰ ਤੀਰ ਵਾਲੇ ਬਾਬੇ ਦੀ ਕਿਰਪਾ ਹੋ ਗਈ। ਜਨਰਲ ਲਾਭ ਸਿੰਘ ਨੇ ਉਹਦੇ ਬਾਰੇ ਕਿਹਾ ਕਿ ਇਹ ਸਾਡਾ ਇਹੋ ਜਿਹਾ ਸੂਰਮਾ ਹੈ ਕਿ ਇਹਦੇ ਕੋਲ ਜੋ ਮਰਜ਼ੀ ਸਮਾਨ ਅਮਾਨਤ ਰੱਖ ਦਿਓ ਤੇ ਭਾਵੇਂ 100 ਸਾਲ ਬਾਅਦ ਉਸੇ ਤਰ੍ਹਾਂ ਵਾਪਸ ਲੈ ਲਓ। ਇਸ ਵਾਰ ਵੀ ਉਸ ਕੋਲ ਕਾਫੀ ਜ਼ਿਆਦਾ ਅਸਲਾ ਪਿਆ ਸੀ ਜੋ ਜਨਰਲ ਲਾਭ ਸਿੰਘ ਜੀ ਉਸ ਨੂੰ ਉਸੇ ਦਿਨ ਦੇ ਕੇ ਗਿਆ ਸੀ ਜਿਸ ਦਿਨ ਫੜਿਆ ਗਿਆ ਸੀ। ਕੰਵਰਜੀਤ ਸਿੰਘ ਨੇ ਬੜੀ ਫਿਕਰ ਨਾਲ ਕਿਹਾ, ਮਾਸਟਰ ਜੀ, ਤੀਰ ਵਾਲਾ ਬਾਬਾ ਕਿੰਨੀ ਕੁ ਵਾਰ ਕਿਰਪਾ ਕਰੂ। ਕੀ ਤੁਹਾਨੂੰ ਹੁਣ ਨੌਕਰੀ ਅਤੇ ਘਰ-ਬਾਰ ਛੱਡ ਕੇ ਰੂਪੋਸ਼ ਨਹੀਂ ਹੋ ਜਾਣਾ ਚਾਹੀਦਾ? ਤੁਸੀਂ ਭਾਵੇਂ ਇੱਕ ਥਾਂ ਬੈਠ ਕੇ ਸਾਡੇ ਲਈ ਸਿਮਰਨ ਕਰਦੇ ਰਹੋ, ਸਾਨੂੰ ਜ਼ਿਆਦਾ ਤਸੱਲੀ ਹੋਵੇਗੀ। ਉਹਨੇ ਕਿਹਾ ਕਿ ਇਹ ਸੇਵਾ ਮੇਰੇ ਭਾਗਾਂ ਵਿੱਚ ਨਹੀਂ ਹੈ। ਜੋ ਕਰ ਸਕਦਾ ਹਾਂ ਉਹੀ ਕਬੂਲ ਕਰੋ। ਮੈਂ ਆਖਿਆ ਕਿ ਇਹ ਤਾਂ ਸਭ ਤੋਂ ਔਖੀ ਸੇਵਾ ਹੈ। ਤੁਸੀਂ ਸਾਨੂੰ ਵੀ ਮਿਲਦੇ ਰਹਿੰਦੇ ਹੋ ਅਤੇ ਤਸ਼ੱਦਦ ਵੀ ਸਹਿੰਦੇ ਹੋ। ਉਸਨੇ ਹਲਕੀ ਜਿਹੀ ਮੁਸਕਾਨ ਨਾਲ ਕਿਹਾ, ਮੇਰੇ ਵੱਸ ਇਹੋ ਜਿਹਾ ਢਾਂਚਾ ਬਣਾਉਣਾ ਹੈ ਜੋ ਪੰਥ ਨੂੰ ਸਮਰਪਿਤ ਹੋਵੇ ਤੇ ਲੋਕਾਂ ਦੀ ਅਗਵਾਈ ਕਰ ਸਕੇ। ਕਾਫੀ ਚਿਰ ਅਸੀਂ ਇਹ ਗੱਲਾਂ ਕਰਦੇ ਰਹੇ। ਉਸ ਦਾ ਮਤ ਸੀ ਕਿ ਸਾਨੂੰ ਇਹੋ ਜਿਹਾ ਆਪਣਾ ਢਾਂਚਾ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ ਜੋ ਸਰਕਾਰ ਉੱਤੇ ਨਿਰਭਰ ਨਾ ਹੋਵੇ। ਉਹਦੀ ਰਾਏ ਸੀ ਸਰਕਾਰ ਨੇ ਚੋਣਾਂ ਦਾ ਚੋਗਾ ਫਿਰ ਸੁੱਟਣਾ ਹੈ ਤੇ ਉਸ ਦੇ ਜਵਾਬ ਵਿੱਚ ਸਾਨੂੰ ਪਹਿਲਾਂ ਹੀ ਕੋਈ ਤਿਆਰੀ ਕਰਨੀ ਚਾਹੀਦੀ ਹੈ। ਗੱਲ ਕਰਦਿਆਂ ਉਸਨੇ ਦੱਸਿਆ ਕਿ ਹੁਣ ਉਸ ਨੂੰ ਵੀ ਇੰਜ ਲੱਗਦਾ ਹੈ ਕਿ ਉਸ ਦਾ ਅੰਤ ਨੇੜੇ ਆ ਰਿਹਾ ਹੈ। ਹੁਣ ਸਰੀਰ ਵੀ ਤਸ਼ੱਦਦ ਤੇ ਪੀੜਾ ਨਾਲ ਟੁੱਟ ਗਿਆ ਹੈ। ਉਹਦਾ ਮੰਨਣਾ ਸੀ ਕਿ ਹੁਣ ਕੁਝ ਇਹੋ ਜਿਹੇ ਪੁਲਿਸ ਅਫਸਰ ਆ ਗਏ ਹਨ ਜਿਹੜੇ ਖੂੰਖਾਰ ਦਰਿੰਦੇ ਹੋਣ ਦੇ ਨਾਲ ਮਕਾਰ, ਕਮੀਨੇ ਤੇ ਸ਼ੈਤਾਨ ਦੇ ਰੂਪ ਹਨ। ਉਹਨਾਂ ਨੇ ਕੁਝ ਬੰਦਿਆਂ ਦੇ ਨਾਮ ਹੀ ਲਏ। SHO ਸੁਰਿੰਦਰਪਾਲ ਸਿੰਘ, ਸੂਬਾ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਸੂਬਾ ਸਰਹਿੰਦ ਦੱਸਦਾ ਹੈ। ਅਜੀਤ ਸਿੰਘ ਸੰਧੂ ਨੇ ਤਾਂ ਉਸ ਨੂੰ ਇਸ ਵਾਰ ਕਿਹਾ ਵੀ, ਹੁਣੇ ਹੀ ਤੂੰ ਕਿਤੇ ਭੱਜ ਜਾ, ਨਹੀਂ ਤਾਂ ਤੂੰ ਮਾਰਿਆ ਜਾਵੇਂਗਾ। ਉਸ ਅਨੁਸਾਰ ਸਰਕਾਰ ਸਿੱਖਾਂ ਵਿੱਚੋਂ ਕਮਜ਼ੋਰ, ਲਾਲਚੀ ਤੇ ਸੱਤਾ ਦੇ ਭੁੱਖੇ ਅਫਸਰਾਂ ਨੂੰ ਲੱਭ ਕੇ ਅੱਗੇ ਲੈ ਆਈ ਹੈ ਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਥ ਨਾਲ ਗਦਾਰੀ ਕਰਨ ਤੋਂ ਬਾਅਦ ਹੁਣ ਇਹਨਾਂ ਦੇ ਹਿੱਤ ਪੂਰੀ ਤਰ੍ਹਾਂ ਸਰਕਾਰ ਨਾਲ ਜੁੜ ਗਏ ਹਨ।
ਇਹਨਾਂ ਮੁਲਾਜ਼ਮਾਂ ਨੇ ਖਾੜਕੂ ਸੰਘਰਸ਼ ਦੇ ਖਾਤਮੇ ਨੂੰ ਆਪਣਾ ਟੀਚਾ ਮਿਥ ਲਿਆ ਹੈ। ਸ਼ਿਕਾਰੀ ਕੁੱਤਿਆਂ ਵਾਂਗ ਸਰਕਾਰ ਨੇ ਇਹਨਾਂ ਨੂੰ ਖੁੱਲ੍ਹੇ ਛੱਡ ਦਿੱਤਾ ਹੈ। ਉਸ ਵੇਲੇ ਦੀ ਮਿਲਣੀ ਤੋਂ ਬਾਅਦ ਜਦੋਂ 1991 ਵਿੱਚ ਮੈਂ ਪਾਕਿਸਤਾਨ ਵਿੱਚ ਸਾਂ ਤਾਂ ਮੈਨੂੰ ਪਤਾ ਲੱਗਿਆ ਕਿ ਸੰਧੂ ਨੇ ਮਾਸਟਰ ਜੀ ਨੂੰ ਫਿਰ ਚੁੱਕ ਲਿਆ ਸੀ। ਕੁਝ ਮਹੀਨੇ ਤੱਕ ਉਸ ਦੇ ਜਿੰਦਾ ਹੋਣ ਬਾਰੇ ਅੰਦਰੋਂ ਖਬਰਾਂ ਮਿਲਦੀਆਂ ਰਹੀਆਂ, ਫਿਰ ਖਬਰਾਂ ਮਿਲਣੀਆਂ ਵੀ ਬੰਦ ਹੋ ਗਈਆਂ। ਮੁਮਕਿਨ ਹੈ ਕਿ ਸੰਧੂ ਨੇ ਉਸ ਨੂੰ ਵੀ ਹਰੀਕੇ ਪੱਤਣ ਵਿੱਚ ਰੋੜ ਦਿੱਤਾ ਹੋਵੇਗਾ। ਫਿਰ ਉਸ ਤੋਂ ਬਾਅਦ ਉਸ ਬਾਬਤ ਕਿਸੇ ਤੋਂ ਕੋਈ ਜ਼ਿਕਰ ਜਾਂ ਕੋਈ ਖਬਰ ਨਹੀਂ ਸੁਣੀ। ਅੱਜ ਉਸ ਦੀ ਯਾਦ ਆਉਣ ਨਾਲ ਮਹਿਸੂਸ ਹੁੰਦਾ ਹੈ ਕਿ ਉਸ ਦਾ ਕਿਰਦਾਰ ਕਿੱਡਾ ਵੱਡਾ ਸੀ। ਉਹਦੇ ਕੰਮਾਂ ਨੂੰ ਯਾਦ ਕਰਕੇ ਉਹਦੀ ਸ਼ਾਨਾਮਤੀ ਸ਼ਖਸੀਅਤ ਬਾਰੇ ਪਤਾ ਲੱਗਦਾ ਹੈ। ਉਸ ਵਕਤ ਸਾਨੂੰ ਇਹੋ ਜਿਹੇ ਸਿੰਘ ਓਨੇ ਵੱਡੇ ਨਹੀਂ ਦਿਖਦੇ ਸਨ ਜਿੱਡੇ ਉਹ ਸਨ, ਪਰ ਸਾਨੂੰ ਉਹਨਾਂ ਦੀ ਪੈਰ ਪੈਰ 'ਤੇ ਲੋੜ ਪੈਂਦੀ ਸੀ। ਅੱਜ ਪਿੱਛੇ ਝਾਤੀ ਮਾਰਿਆਂ ਅਹਿਸਾਸ ਹੁੰਦਾ ਹੈ ਕਿ ਅਸਲ ਵਿੱਚ ਇਹੋ ਜਿਹੇ ਸਿੰਘ ਹੀ ਸੰਘਰਸ਼ ਲੜ ਰਹੇ ਸਨ। ਸਾਡੇ ਨਾਮ ਤਾਂ ਜਥੇਬੰਦਕ ਅਹੁਦਿਆਂ ਜਾਂ ਦੁਸ਼ਮਣ ਉੱਤੇ ਹਮਲੇ ਕਰਨ ਦੇ ਜ਼ਿੰਮੇਵਾਰਾਂ ਵਜੋਂ ਅੱਗੇ ਆਏ ਸਨ। ਇਨ੍ਹਾਂ ਸਿੰਘਾਂ ਨੇ, ਜਿਨ੍ਹਾਂ ਨੇ ਕਦੀ ਘਰ-ਬਾਰ ਨਹੀਂ ਛੱਡਿਆ ਅਤੇ ਗੁਰੂ ਪਰੰਪਰਾ ਅਨੁਸਾਰ ਕਦੀ ਗੁਰੂ ਖਾਲਸਾ ਪੰਥ ਦੀ ਸੇਵਾ ਵੀ ਨਹੀਂ ਛੱਡੀ ਤੇ ਸਦਾ ਮੌਤ ਤੇ ਜੀਵਨ ਦੀ ਬੇਰੋਕ ਧਾਰ 'ਤੇ ਚੱਲਦੇ ਰਹੇ। ਇਹਨਾਂ ਨੂੰ ਆਪਣਾ, ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਸਾਥੀਆਂ ਦਾ ਕਿੰਨਾ ਨੁਕਸਾਨ ਝੱਲਣਾ ਪਿਆ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜੋ ਆਰਥਿਕ ਨੁਕਸਾਨ ਹੋਏ ਉਹਨਾਂ ਦਾ ਤਾਂ ਲੇਖਾ ਹੀ ਕੀ। ਉਹਨਾਂ ਨੇ ਜੋ ਸਰੀਰਕ ਅਤੇ ਮਾਨਸਿਕ ਪੀੜਾ ਸਹੀ ਉਸ ਦਾ ਵੀ ਕੀ ਅੰਦਾਜ਼ਾ। ਇਹਨਾਂ ਸਿੰਘਾਂ ਦੇ ਨਾਂ ਸਾਡੇ ਵਾਂਗ ਕਦੀ ਅਖਬਾਰਾਂ ਵਿੱਚ ਵੀ ਨਹੀਂ ਆਏ ਤੇ ਨਾ ਹੀ ਇਹਨਾਂ ਦੀਆਂ ਸ਼ਹਾਦਤਾਂ ਦੇ ਇਸ਼ਤਿਹਾਰ ਛਪੇ। ਜੋ ਕੁਝ ਲੋਕ ਇਤਿਹਾਸ ਲਿਖ ਰਹੇ ਹਨ ਉਹਨਾਂ ਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਕਿ ਇਹ ਕਿਹੋ ਜਿਹੇ ਬੰਦਿਆਂ ਦੀ ਕਿੱਡੀ ਸੇਵਾ ਹੈ। ਇਸ ਕਰਕੇ ਬਹੁਤ ਮੁਮਕਿਨ ਹੈ ਕਿ ਇਹਨਾਂ ਦੇ ਨਾਮ ਇਤਿਹਾਸ ਵਿੱਚ ਵੀ ਨਹੀਂ ਆਉਣਗੇ। ਇਹਨਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਬਿਨਾਂ ਹੋਰ ਕੋਈ ਯਾਦ ਕਰਨ ਵਾਲਾ ਨਹੀਂ, ਕਿਉਂਕਿ ਕਿਸੇ ਨੂੰ ਇਹਨਾਂ ਦੇ ਕੰਮਾਂ ਅਤੇ ਕਿਰਦਾਰਾਂ ਦੇ ਮਹੱਤਵ ਦਾ ਅੰਦਾਜ਼ਾ ਨਹੀਂ ਹੈ। ਇਹ ਨਾਂ ਜੋ ਹੁੰਦਿਆਂ ਹੋਇਆਂ ਵੀ ਗੁੰਮਨਾਮ ਹਨ, ਅਸਲ ਵਿੱਚ ਇਹਨਾਂ ਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ। ਇਹ ਅਮੁੱਲ ਹਨ। ਮੈਂ ਇਸ ਸਿੰਘ ਦਾ ਪੂਰਾ ਨਾਮ ਨਹੀਂ ਜਾਣਦਾ, ਪਰ ਮੈਂ ਘੱਟੋ ਘੱਟ ਇਹੋ ਜਿਹੇ 14-15 ਹੋਰ ਮਰਜੀਵੜਿਆਂ ਨੂੰ ਜਾਣਦਾ ਹਾਂ ਜਿਹੜੇ ਇਸੇ ਤਰ੍ਹਾਂ ਅਮੁੱਲ ਹਨ ਤੇ ਉਹਨਾਂ ਦੀ ਵੀ ਇਹੋ ਕਹਾਣੀ ਹੈ। ਇਹ ਮਰਜੀਵੜੇ ਉਸ ਵਕਤ ਹਰ ਇਲਾਕੇ ਵਿੱਚ ਸਨ, ਹਰ ਜਥੇ ਵਿੱਚ ਸਨ। ਇਹਨਾਂ ਦੀ ਗਿਣਤੀ ਸੈਂਕੜਿਆਂ ਵਿੱਚ ਵੀ ਹੋ ਸਕਦੀ ਹੈ, ਪਰ ਕਿੱਡੀ ਹੈਰਾਨੀ ਦੀ ਗੱਲ ਹੈ ਜੋ ਲੋਕ ਇਹ ਅਸਾਵੀਂ ਜੰਗ ਦੀ ਸਭ ਤੋਂ ਤਕੜੀ ਅਤੇ ਨਿਰਮਲ ਧਿਰ ਸਨ, ਉਹਨਾਂ ਬਾਰੇ ਅਸੀਂ ਕਿੰਨੇ ਅਣਜਾਣ ਹੀ ਹਾਂ। ਇਹਨਾਂ ਦੀ ਹੋਣੀ ਹੀ ਕੁਝ ਇਸ ਤਰ੍ਹਾਂ ਦੀ ਲਿਖੀ ਹੋਈ ਸੀ। ਇਹਨਾਂ ਦੀ ਸਿੱਖੀ ਸੇਵਕੀ ਹੀ ਕੁਝ ਇਸ ਤਰ੍ਹਾਂ ਦੀ ਸੀ ਕਿ ਇਹਨਾਂ ਨੇ ਸਾਡੀ ਸੇਵਾ ਤੇ ਸੰਭਾਲ ਕਰੀ ਜਾਣੀ ਸੀ ਤੇ ਨਾਲ ਨਾਲ ਹਰ ਪੀੜਾ ਤੇ ਤਸ਼ੱਦਦ ਸਹੀ ਜਾਣਾ ਸੀ। ਇਹਨਾਂ ਵਿੱਚੋਂ ਬਹੁਤਿਆਂ ਦਾ ਅੰਤ ਆਖਰ ਮਾਸਟਰ ਜੀ ਵਾਲਾ ਹੀ ਹੋਇਆ। ਕੁਝ ਦਾ ਮੁਕਾਬਲਾ ਬਣਾ ਦਿੱਤਾ ਗਿਆ ਅਤੇ ਕੁਝ ਹਵਾ ਵਿੱਚ ਹੀ ਅਲੋਪ ਹੋ ਗਏ ਅਤੇ ਕੁਝ ਜੋ ਬਚ ਤਾਂ ਜ਼ਰੂਰ ਗਏ ਪਰ ਕੁਝ ਸਮੇਂ ਬਾਅਦ ਤਸ਼ੱਦਦ ਅਤੇ ਪੀੜਾ ਕਰਕੇ ਬਿਮਾਰ ਹੋ ਕੇ ਪੂਰੇ ਹੋ ਗਏ। ਕੁਝ ਕੁ ਹਾਲੇ ਵੀ ਉਹ ਸਮੇਂ ਦੀਆਂ ਪਿਆਰੀਆਂ ਯਾਦਾਂ ਸੰਗ ਕਿਸੇ ਨਾ ਕਿਸੇ ਤਰ੍ਹਾਂ ਜਿਉ ਰਹੇ ਹਨ। ਇਹ ਅਣਦਿਸਦੇ ਪਰਬਤ ਵਰਗੇ ਲੋਕ ਸਨ ਜਿਹੜਿਆਂ ਦੇ ਸਿਰੜ, ਸਬਰ ਅਤੇ ਸੇਵਾ ਨੇ ਸਾਨੂੰ ਦੁਸ਼ਮਣ ਸਾਹਮਣੇ ਅਜਿੱਤ ਰੱਖਿਆ। ਅਗਾਂਹ ਵਾਲੀਆਂ ਜੰਗਾਂ ਵੀ ਅਜਿਹੀ ਹੀ ਕਿਰਦਾਰਾਂ ਦੇ ਸਿਰ 'ਤੇ ਲੜੀਆਂ ਜਾਣੀਆਂ ਹਨ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 6ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।